ਇੱਥੇ ਅਸੀਂ ਸਿੱਧ ਕਰਨਾ ਹੈ ਕਿ ਸਮਾਨਾਂਤਰ ਚਤੁਰਭੁਜ ABCD ਦੇ ਵਿਕਰਨ ਆਪਸ ਵਿੱਚ ਸਮਦੋਭਾਜਕ ਹਨ। ਹੁਣ ਸ਼ਬਦ ਸਮਦੋਭਾਜਕ ਦਾ ਭਾਵ ਇਹ ਹੈ ਕਿ ਦੋਨੋਂ ਹੀ ਵਿਕਰਨ ਇੱਕ ਦੂਜੇ ਨੂੰ ਇਸ ਬਿੰਦੂ ਤੇ ਬਰਾਬਰ ਭਾਗਾਂ ਵਿੱਚ ਵੰਡਦੇ ਹਨ। ਹੁਣ ਮੈਂ ਇੱਥੇ ਇਸ ਬਿੰਦੂ ਦਾ ਨਾਮ ਰੱਖ ਦਿੰਦਾ ਹਾਂ ਬਿੰਦੂ E, ਅਤੇ ਇੱਥੇ ਅਸੀਂ ਸਿੱਧ ਕਰਨਾ ਹੈ ਕਿ AE ਦੀ ਲੰਬਾਈ ਬਰਾਬਰ ਹੈ CE ਦੇ ਅਤੇ BE ਦੀ ਲੰਬਾਈ ਬਰਾਬਰ ਹੈ DE ਦੇ। ਹੁਣ ਇਸ ਨੂੰ ਸਿੱਧ ਕਰਨ ਦੇ ਲਈ ਅਸੀਂ ਸਮਾਨਾਂਤਰ ਰੇਖਾਵਾਂ ਅਤੇ ਕਾਟਵੀਆਂ ਰੇਖਾਵਾਂ ਦੇ ਗੁਣ ਦੀ ਵਰਤੋਂ ਕਰਾਂਗੇ। ਹੁਣ ਇੱਥੇ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਸਮਾਨਾਂਤਰ ਚਤੁਰਭੁਜ ਦੀਆਂ ਆਮੋ ਸਾਹਮਣੇ ਵਾਲੀਆਂ ਭੁਜਾਵਾਂ ਸਮਾਨਾਂਤਰ ਹੁੰਦੀਆਂ ਹਨ। ਹੁਣ ਇੱਥੇ ਅਸੀਂ ਦੇਖਦੇ ਹਾਂ ਕਿ ਜੋ ਇਸ ਦਾ ਵਿਕਰਨ BD ਹੈ, ਇਹ ਇਸ ਦੀ ਇੱਕ ਕਾਟਵੀਂ ਰੇਖਾ ਹੈ। ਹੁਣ ਇਹ ਦੋਨਾਂ ਹੀ ਸਮਾਨਾਂਤਰ ਰੇਖਾਵਾਂ ਨੂੰ ਇਹ ਕੱਟ ਰਿਹਾ ਹੈ, ਤਾਂ ਇਸ ਤੋਂ ਭਾਵ ਇਹ ਹੋਇਆ ਕਿ ਜੋ ਅੰਦਰਲੇ ਪਾਸੇ ਇਕਾਂਤਰ ਕੋਣ ਬਣਨਗੇ ਇਹਨਾਂ ਦਾ ਮਾਪ ਆਪਸ ਵਿੱਚ ਬਰਾਬਰ ਹੋਏਗਾ। ਤਾਂ ਹੁਣ ਇੱਥੇ ਕੋਣ ABE ਇਸ ਦਾ ਮਾਪ ਬਰਾਬਰ ਹੋਏਗਾ ਦੂਜਾ ਕੋਣ CDE ਦੇ, ਕੋਣ CDE ਦੇ, ਕਿਉਂਕਿ ਦੋਵੇਂ ਹੀ ਅੰਦਰਲੇ ਇਕਾਂਤਰ ਕੋਣ ਹਨ। ਅੰਦਰਲੇ ਇਕਾਂਤਰ ਕੋਣ ਹਨ, ਅੰਦਰਲੇ ਇਕਾਂਤਰ ਕੋਣ ਹਨ। ਹੁਣ ਇਸੇ ਤਰ੍ਹਾਂ ਹੀ ਦੂਜਾ ਵਿਕਰਨ ACB ਇਸ ਦੀ ਕਾਟਵੀਂ ਰੇਖਾ ਹੈ, ਤਾਂ ਇਸ ਤੋਂ ਭਾਵ ਇਹ ਹੋਇਆ ਕਿ ਇਹ ਕੋਣ ਅਤੇ ਇਹ ਕੋਣ ਇਹ ਵੀ ਦੋਨੇ ਹੀ ਅੰਦਰਲੇ ਇਕਾਂਤਰ ਕੋਣ ਹਨ, ਤਾਂ ਇਹਨਾਂ ਦਾ ਮਾਪ ਵੀ ਆਪਸ ਵਿੱਚ ਬਰਾਬਰ ਹੋਏਗਾ। ਤਾਂ ਇੱਥੇ ਕੋਣ BAE ਇਸ ਦਾ ਮਾਪ ਬਰਾਬਰ ਹੈ ਇਸ ਕੋਣ ਦੇ, ਤੇ ਇਹ ਕੋਣ ਹੈ DCE ਦੇ, ਕੋਣ DCE, ਤੇ ਇਸ ਦਾ ਕਾਰਨ ਵੀ ਇਹੀ ਹੈ ਕਿ ਦੋਵੇਂ ਹੀ ਅੰਦਰਲੇ ਇਕਾਂਤਰ ਕੋਣ ਹਨ। ਹੁਣ ਅੱਗੇ ਅਸੀਂ ਇਹ ਵੀ ਜਾਣਦੇ ਹਾਂ ਕਿ ਸਮਾਨਾਂਤਰ ਚਤੁਰਭੁਜ ਦੀਆਂ ਆਮੋ ਸਾਹਮਣੇ ਵਾਲੀਆਂ ਭੁਜਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ, ਤਾਂ ਇੱਥੇ AB ਦੀ ਲੰਬਾਈ CD ਦੇ ਬਰਾਬਰ ਹੈ। ਹੁਣ ਇਸ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਦੋਨੋਂ ਹੀ ਤਿਕੋਣਾ ਸਰਵਾਂਗ ਸਮਤਿਕੋਣਾ ਹਨ, ਕਿਉਂਕਿ ਇਹਨਾਂ ਦੋਨਾਂ ਤਿਕੋਣਾਂ ਦੇ ਦੋ ਕੋਣ ਅਤੇ ਵਿਚਕਾਰਲੀ ਭੁਜਾ ਦੂਜੀ ਤਿਕੋਣ ਦੇ ਦੋ ਕੋਣ ਅਤੇ ਵਿਚਕਾਰਲੀ ਭੁਜਾ ਦੇ ਬਰਾਬਰ ਹਨ। ਇਸ ਲਈ ASA ਸਰਵਾਂਗ ਸਮਤਾ ਕਸੌਟੀ ਦੇ ਅਨੁਸਾਰ ਇਹ ਦੋਨੋਂ ਹੀ ਤਿਕੋਣਾ ਸਰਵਾਂਗ ਸਮ ਹਨ। ਤਾਂ ਅਸੀਂ ਇੱਥੇ ਅੱਗੇ ਲਿਖਦੇ ਹਾਂ ਕਿ ਤਿਕੋਣ ABE ਇਹ ਸਰਵਾਂਗ ਸਮ ਹੈ ਦੂਜੀ ਤਿਕੋਣ CDE ਦੇ, ਤਿਕੋਣ CDE ਦੇ, ਅਤੇ ਇੱਥੇ ਸਰਵਾਂਗ ਸਮਤਾ ਦੀ ਕਸੌਟੀ ਲਿਖ ਲੈਂਦੇ ਹਾਂ ਬਾਏ ASA ਸਰਵਾਂਗ ਸਮਤਾ ਕਸੌਟੀ ਦੇ ਅਨੁਸਾਰ ਇਹ ਦੋਨੋਂ ਹੀ ਤਿਕੋਣਾ ਸਰਵਾਂਗ ਸਮ ਹਨ। ਤੇ ਅੱਗੇ ਅਸੀਂ ਇਹ ਵੀ ਜਾਣਦੇ ਹਾਂ ਕਿ ਜਦੋਂ ਦੋ ਤਿਕੋਣਾ ਸਰਵਾਂਗ ਸਮ ਹੁੰਦੀਆਂ ਹਨ ਤਾਂ ਉਸਦੇ ਸੰਗਤ ਭਾਗ ਬਰਾਬਰ ਹੁੰਦੇ ਹਨ। ਸੰਗਤ ਭਾਗ ਭਾਵ ਸੰਗਤ ਕੋਣ ਅਤੇ ਸੰਗਤ ਭੁਜਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ। ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਦੋਨੋਂ ਹੀ ਤਿਕੋਣਾ ਸਰਵਾਂਗ ਸਮ ਹਨ, ਇਸ ਲਈ ਇਸ ਦੀਆਂ ਸੰਗਤ ਭੁਜਾਵਾਂ ਦੀ ਲੰਬਾਈ ਬਰਾਬਰ ਹੋਏਗੀ। ਤਾਂ ਇਸ ਤਿਕੋਣ ਦੀ ਭੁਜਾ AE ਇਸ ਦੀ ਲੰਬਾਈ ਬਰਾਬਰ ਹੋਏਗੀ CE ਦੇ। ਅੱਗੇ ਲਿਖਦੇ ਹਾਂ AE ਦੀ ਲੰਬਾਈ ਬਰਾਬਰ ਹੈ CE ਦੇ, ਤੇ ਇਸ ਦਾ ਕਾਰਨ ਲਿਖ ਲੈਂਦੇ ਹਾਂ ਕਿ ਸਰਵਾਂਗ ਸਮ ਤਿਕੋਣਾਂ ਦੀਆਂ ਸੰਗਤ ਭੁਜਾਵਾਂ ਜਿਨ੍ਹਾਂ ਦੀ ਲੰਬਾਈ ਆਪਸ ਵਿੱਚ ਬਰਾਬਰ ਹੁੰਦੀ ਹੈ। ਹੁਣ ਇੱਥੇ AE ਇਸ ਭੁਜਾ ਦੀ ਲੰਬਾਈ CE ਦੇ ਬਰਾਬਰ ਹੈ। ਹੁਣ ਇਸੇ ਤਰ੍ਹਾਂ ਦੂਜੀਆਂ ਦੋ ਸੰਗਤ ਭੁਜਾਵਾਂ ਹਨ। ਇਸ ਤਿਕੋਣ ਦੀ ਭੁਜਾ BE ਇਸ ਦੀ ਲੰਬਾਈ ਬਰਾਬਰ ਹੈ DE ਦੇ, ਭਾਵ ਕਿ ਇਸ ਰੇਖਾਖੰਡ ਦੀ ਲੰਬਾਈ ਬਰਾਬਰ ਹੈ ਇਸ ਰੇਖਾਖੰਡ ਦੇ BE ਬਰਾਬਰ ਹੈ DE BE ਬਰਾਬਰ ਹੈ DE। ਹੁਣ ਇਸ ਦਾ ਵੀ ਕਾਰਨ ਇਹ ਹੈ ਕਿ ਸਰਵਾਂਗ ਸਮ ਤਿਕੋਣਾਂ ਦੀਆਂ ਸੰਗਤ ਭੁਜਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ। ਇੱਥੇ DE ਠੀਕ ਲਿਖ ਦਿੰਦੇ ਹਾਂ। ਤਾਂ ਹੁਣ ਇੱਥੇ ਅਸੀਂ ਦੇਖਦੇ ਹਾਂ ਕਿ ਜੋ ਇਹ ਵਿਕਰਨ AC ਹੈ ਉਹ ਦੂਜੇ ਵਿਕਰਨ BD ਨੂੰ ਇਸ ਬਿੰਦੂ ਤੇ ਦੋ ਬਰਾਬਰ ਭਾਗਾਂ 'ਚ ਵੰਡਦਾ ਹੈ। ਇਸੇ ਤਰ੍ਹਾਂ ਜੋ ਇਹ ਵਿਕਰਨ ਹੈ BD ਉਹ ਦੂਜੇ ਵਿਕਰਨ AC ਨੂੰ ਦੋ ਬਰਾਬਰ ਭਾਗਾਂ 'ਚ ਵੰਡਦਾ ਹੈ। ਇਸ ਤਰ੍ਹਾਂ ਅਸੀਂ ਸਿੱਧ ਕਰ ਦਿੱਤਾ ਕਿ ਸਮਾਨਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੋਭਾਜਿਤ ਕਰਦੇ ਹਨ। ਹੁਣ ਅੱਗੇ ਅਸੀਂ ਇਸ ਤੋਂ ਉਲਟ ਵੀ ਸਿੱਧ ਕਰਨਾ ਹੈ। ਹੁਣ ਅੱਗੇ ਅਸੀਂ ਸਿੱਧ ਕਰਨਾ ਹੈ ਕਿ ਜੇਕਰ ਕਿਸੇ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੋਭਾਜਿਤ ਕਰਦੇ ਹੋਣ, ਭਾਵ ਕਿ ਇਸ ਬਿੰਦੂ ਦਾ ਨਾਂ ਅਸੀਂ E ਰੱਖ ਲੈਂਦੇ ਹਾਂ। ਇਸ ਬਿੰਦੂ ਤੇ AE ਅਤੇ DE ਦੀ ਲੰਬਾਈ ਬਰਾਬਰ ਹੈ ਅਤੇ CE ਅਤੇ BE ਦੀ ਲੰਬਾਈ ਆਪਸ ਵਿੱਚ ਬਰਾਬਰ ਹੈ, ਤਾਂ ਅਸੀਂ ਸਿੱਧ ਕਰਨਾ ਹੈ ਕਿ ਇਹ ਚਤੁਰਭੁਜ ਸਮਾਨਾਂਤਰ ਚਤੁਰਭੁਜ ਹੈ। ਹੁਣ ਇਸ ਦੇ ਲਈ ਵੀ ਅਸੀਂ ਤ੍ਰਿਭੁਜਾਂ ਦੀ ਸਰਵੰਗ ਸਮਤਾ ਦੇ ਗੁਣ ਦੀ ਵਰਤੋਂ ਕਰਾਂਗੇ। ਇੱਥੇ ਅਸੀਂ ਦੇਖਦੇ ਹਾਂ ਕਿ ਇਸ ਕੋਣ ਦਾ ਮਾਪ ਇਸ ਕੋਣ ਦੇ ਬਰਾਬਰ ਹੈ, ਕਿਉਂਕਿ ਦੋਨੋਂ ਹੀ ਸਿਖਰ ਸਨਮੁਖ ਕੋਣ ਹਨ। ਤਾਂ ਇਸ ਤ੍ਰਿਭੁਜ ਦਾ ਕੋਣ ਹੈ AEB, ਕੋਣ AEB ਇਸ ਦਾ ਮਾਪ ਬਰਾਬਰ ਹੈ ਇਸ ਕੋਣ ਦੇ। ਇਹ ਕੋਣ ਹੈ DEC, ਕੋਣ DEC। ਇਹ ਦੋਨੋਂ ਹੀ ਸਿਖਰ ਸਨਮੁਖ ਕੋਣ ਹਨ, ਸਿਖਰ
ਸਨਮੁਖ ਸਿਖਰ ਸਨਮੁਖ ਕੋਣ ਹਨ ਅਤੇ ਅਸੀਂ ਜਾਣਦੇ ਹਾਂ ਕਿ ਸਿਖਰ ਸਨਮੁਖ ਕੋਣਾਂ ਦਾ ਮਾਪ ਆਪਸ 'ਚ ਬਰਾਬਰ ਹੁੰਦਾ ਹੈ। ਤਾਂ ਹੁਣ ਇੱਥੇ ਅਸੀਂ ਇਹਨਾਂ ਦੋਨਾਂ ਤਿਕੋਣਾਂ ਨੂੰ ਦੇਖਦੇ ਹਾਂ ਕਿ ਇੱਥੇ ਭੁਜਾ ਕੋਣ ਭੁਜਾ ਸਰਵੰਗ ਸਮਤਾ ਕਸੌਟੀ ਦੇ ਅਨੁਸਾਰ ਇਹ ਦੋਨੋਂ ਹੀ ਤਿਕੋਣਾ ਸਰਵੰਗ ਸਮ ਹਨ। ਤਾਂ ਇੱਥੇ ਸਾਡੇ ਕੋਲ ਤਿਕੋਣ AEB ਇਹ ਸਰਵੰਗ ਸਮ ਹੈ ਦੂਜੀ ਤਿਕੋਣ DEC ਦੇ ਤਿਕੋਣ DEC ਦੇ ਬਾਏ ਸਾਈਡ ਐਂਗਲ ਸਾਈਡ ਸਰਵੰਗ ਸਮਤਾ ਕਸੌਟੀ ਅਨੁਸਾਰ। ਅੱਗੇ ਅਸੀਂ ਜਾਣਦੇ ਹਾਂ ਕਿ ਜਦੋਂ ਦੋ ਤਿਕੋਣਾਂ ਸਰਵੰਗ ਸਮ ਹੁੰਦੀਆਂ ਹਨ ਤਾਂ ਉਸ ਦੀਆਂ ਸੰਗਤ ਭੁਜਾਵਾਂ ਦਾ ਮਾਪ ਅਤੇ ਸੰਗਤ ਕੋਣਾਂ ਦਾ ਮਾਪ ਬਰਾਬਰ ਹੁੰਦਾ ਹੈ। ਤਾਂ ਹੁਣ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਇਸ ਤਿਕੋਣ ਦੇ ਇਸ ਕੋਣ ਦਾ ਮਾਪ ਇਸ ਤਿਕੋਣ ਦੇ ਇਸ ਕੋਣ ਦੇ ਮਾਪ ਦੇ ਬਰਾਬਰ ਹੋਏਗਾ। ਇਹ ਦੋਨਾਂ ਕੋਣਾਂ ਦਾ ਮਾਪ ਬਰਾਬਰ ਹੋਏਗਾ। ਹੁਣ ਇੱਥੇ ਸਾਡੇ ਕੋਲ AB ਅਤੇ CD ਦੋ ਰੇਖਾਖੰਡ ਹਨ ਅਤੇ ਇਹ ਕੋਣ ਇਕਾਂਤਰ ਕੋਣ ਬਣਦੇ ਹਨ ਕਿਉਂਕਿ AD ਇਹਨਾਂ ਦੀ ਕਾਟਵੀਂ ਰੇਖਾ ਹੈ ਅਤੇ ਇਕਾਂਤਰ ਕੋਣਾਂ ਦਾ ਮਾਪ ਬਰਾਬਰ ਹੈ। ਹੁਣ ਇੱਥੇ ਅਸੀਂ ਇਹ ਪਹਿਲਾਂ ਹੀ ਜਾਣਦੇ ਹਾਂ ਕਿ ਜੇਕਰ ਦੋ ਰੇਖਾਖੰਡ ਨੂੰ ਇੱਕ ਰੇਖਾਖੰਡ ਕੱਟਦਾ ਹੋਵੇ ਅਤੇ ਉੱਤੇ ਬਣਨ ਵਾਲੇ ਅੰਦਰਲੇ ਇਕਾਂਤਰ ਕੋਣਾਂ ਦਾ ਮਾਪ ਬਰਾਬਰ ਹੋਵੇ ਤਾਂ ਦੋਨੋਂ ਹੀ ਰੇਖਾਵਾਂ ਆਪਸ 'ਚ ਸਮਾਨਾਂਤਰ ਹੁੰਦੀਆਂ ਹਨ। ਤਾਂ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਰੇਖਾਖੰਡ AB ਇਹ ਰੇਖਾਖੰਡ ਅਤੇ ਰੇਖਾਖੰਡ CD ਇਹ ਦੋਨੋਂ ਹੀ ਆਪਸ 'ਚ ਸਮਾਨਾਂਤਰ ਹੋਣਗੀਆਂ। ਹੁਣ ਇਸੇ ਲੌਜੀਕ ਦੇ ਆਧਾਰ ਤੇ ਅਸੀਂ ਸਿੱਧ ਕਰ ਸਕਦੇ ਹਾਂ ਕਿ AC ਅਤੇ BD ਵੀ ਆਪਸ 'ਚ ਸਮਾਨਾਂਤਰ ਹਨ ਕਿਉਂਕਿ ਹੁਣ ਇੱਥੇ ਇਹ ਕੋਣ ਇਸ ਕੋਣ ਦੇ ਬਰਾਬਰ ਹੈ ਕਿਉਂਕਿ ਦੋਨੋਂ ਹੀ ਸਿਖਰ ਸਨਮੁਖ ਕੋਣ ਹਨ। ਕੋਣ AEC ਇਸ ਦਾ ਮਾਪ ਬਰਾਬਰ ਹੈ ਕੋਣ DEB ਦੇ ਇਹ ਵੀ ਦੋਨੋਂ ਸਿਖਰ ਸਨਮੁਖ ਕੋਣ ਹਨ ਸਿਖਰ ਸਨਮੁਖ ਕੋਣ। ਹੁਣ ਇੱਥੇ ਇਹ ਵੀ ਸਾਡੇ ਕੋਲ ਭੁਜਾ ਕੋਣ ਸਰਵੰਗ ਸਮਤਾ ਕਸੌਟੀ ਦੇ ਅਨੁਸਾਰ ਇਹ ਦੋਨੋਂ ਹੀ ਤਿਕੋਣਾ ਸਰਵੰਗ ਸਮ ਹਨ। ਤਾਂ ਇੱਥੇ ਤਿਕੋਣ AEC ਇਹ ਸਰਵੰਗ ਸਮ ਹੈ ਦੂਜੀ ਤਿਕੋਣ ਹੈ DEB ਬਾਏ SAS ਸਰਵੰਗ ਸਮਤਾ ਕਸੌਟੀ ਇਹ ਦੋਨੋਂ ਹੀ ਤਿਕੋਣਾ ਸਰਵੰਗ ਸਮ ਹਨ। ਹੁਣ ਇੱਥੇ ਵੀ ਇਹਨਾਂ ਦੋਨਾਂ ਦੇ ਸੰਗਤ ਕੋਣਾਂ ਦਾ ਮਾਪ ਬਰਾਬਰ ਹੋਏਗਾ। ਤਾਂ ਅਸੀਂ ਦੇਖਦੇ ਹਾਂ ਕਿ ਇੱਥੇ ਇਸ ਕੋਣ ਦਾ ਮਾਪ ਇਸ ਨੂੰ ਡਬਲ ਕਰ ਲੈਂਦੇ ਹਾਂ ਇਸ ਕੋਣ ਦਾ ਮਾਪ ਇਸ ਕੋਣ ਦੇ ਬਰਾਬਰ ਹੋਏਗਾ। ਹੁਣ ਇੱਥੇ AC ਅਤੇ BD ਦੋ ਰੇਖਾਖੰਡ ਹਨ ਅਤੇ BC ਇਹਨਾਂ ਦੀ ਕਾਟਵੀਂ ਰੇਖਾ ਹੈ ਤਾਂ ਇੱਥੇ ਬਣਨ ਵਾਲੇ ਅੰਦਰਲੇ ਇਕਾਂਤਰ ਕੋਣਾਂ ਦਾ ਮਾਪ ਬਰਾਬਰ ਹੈ। ਤਾਂ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਰੇਖਾਖੰਡ AC ਅਤੇ ਰੇਖਾਖੰਡ BD ਇਹ ਦੋਨੋਂ ਹੀ ਆਪਸ 'ਚ ਸਮਾਨਾਂਤਰ ਹਨ। ਇੱਥੇ ਰੇਖਾਖੰਡ BD ਸਮਾਨਾਂਤਰ ਹੈ ਰੇਖਾਖੰਡ AC ਦੇ ਅਤੇ ਇੱਥੇ ਵੀ ਅਸੀਂ ਲਿਖ ਸਕਦੇ ਹਾਂ ਕਿ ਇੱਥੇ ਰੇਖਾਖੰਡ AB ਸਮਾਨਾਂਤਰ ਹੈ ਰੇਖਾਖੰਡ CD ਦੇ ਇਹ ਦੋਨੋਂ ਹੀ ਸਮਾਨਾਂਤਰ ਰੇਖਾਖੰਡ ਹਨ। ਤੇ ਹੁਣ ਅੱਗੇ ਅਸੀਂ ਜਾਣਦੇ ਹਾਂ ਕਿ ਜਦੋਂ ਕਿਸੇ ਚਤੁਰਭੁਜ ਦੀਆਂ ਆਮੋ ਸਾਹਮਣੇ ਵਾਲੀਆਂ ਭੁਜਾਵਾਂ ਸਮਾਨਾਂਤਰ ਹੋਣ ਤਾਂ ਉਹ ਚਤੁਰਭੁਜ ਇੱਕ ਸਮਾਨਾਂਤਰ ਚਤੁਰਭੁਜ ਹੁੰਦੀ ਹੈ। ਤਾਂ ਅਸੀਂ ਸਿੱਧ ਕਰਤਾ ਕਿ ਜੇਕਰ ਕਿਸੇ ਚਤੁਰਭੁਜ ਦੇ ਵਿਕਰਣ ਇੱਕ ਦੂਜੇ ਨੂੰ ਸਮਦੋ ਭਾਜਿਤ ਕਰਦੇ ਹੋਣ ਤਾਂ ਉਹ ਚਤੁਰਭੁਜ ਇੱਕ ਸਮਾਨਾਂਤਰ ਚਤੁਰਭੁਜ ਹੁੰਦੀ ਹੈ।